ਚੱਲ ਰਹੀ ਗੁਰਬਾਣੀ ਸ਼ਬਦ ਦੀ ਜੋ ਵਿਚਾਰ ਹੈ, ਜੋ ਗੁਰ ਕਿਰਪਾ ਦੁਆਰਾ ਆਪਾਂ ਸਾਰੇ ਰਲ ਮਿਲ ਕੇ ਕਰਦੇ ਹਾਂ, ਜਿੰਨੀ ਕੁ ਸੋਝੀ ਗੁਰਬਾਣੀ ਬਖਸ਼ਦੀ ਹੈ ਉਨੀ ਕੁ ਵਿਚਾਰ ਕੀਤੀ ਜਾਂਦੀ ਹੈ। ਸੋ ਜੋ ਪਿਛਲਾ ਸ਼ਬਦ ਸਾਹਿਬ ਦਾ ਜਿਸ ਦੀ ਆਪਾਂ ਨੇ ਵਿਚਾਰ ਕੀਤੀ ਸੀ, ਗੁਰ ਕਿਰਪਾ ਦੁਆਰਾ ਪੰਜ ਪ੍ਰਵਾਨ ਪੰਜ ਪ੍ਰਧਾਨ, ਉਸ ਤੋਂ ਜਿਹੜਾ ਅੱਗੇ ਵਾਲਾ ਬਚਨ ਹੈ, ਪੰਚੇ ਪਾਵ ਹੈ ਦਰਗਹਿ ਮਾਨ। ਪਾਤਸ਼ਾਹ ਕਹਿੰਦੇ ਪੰਚੇ ਪਾਵ ਹੈ ਦਰਗਹਿ ਮਾਨ। ਜਿਹੜੀਆਂ ਜੀਵ ਇਸ ਭਾਵ ਸਾਗਰ ਦੇ ਅੰਦਰ ਇੱਕ ਹੋ ਜਾਂਦੇ ਹਨ, ਉਹ ਭਾਵੇਂ ਸੰਸਾਰੀ ਗਿਣਤੀ ਦੇ ਵਿੱਚ 1 2 3 4 5 ਜਿੰਨੇ ਵੀ ਹੋਣ, ਪਰ ਸੱਚਖੰਡ ਦੀ ਦ੍ਰਿਸ਼ਟੀ ਤੋਂ ਸਾਰੇ ਉਹ ਇੱਕ ਹਨ। ਜਿਵੇਂ ਆਪਾਂ ਸੰਸਾਰੀ ਤੌਰ ਤੇ ਗਿਣਤੀ ਕਰਦੇ ਹਾਂ, 15 ਭਗਤ, 10 ਪਾਤਸ਼ਾਹੀਆਂ, 11 ਭੱਟ, 3 ਗੁਰਸਿੱਖ, ਇਹ ਸਾਡੀ ਸੰਸਾਰੀ ਗਿਣਤੀ ਹੈ। ਪਰ ਨਿਰਾਕਾਰੀ ਤੌਰ ਤੇ ਮਾਇਆ ਦੇ ਵਿੱਚ ਤਾਂ ਗਿਣਤੀ ਹੁੰਦੀ ਹੈ, ਨਿਰਾਕਾਰੀ ਤੌਰ ਤੇ ਕੋਈ ਗਿਣਤੀ ਨਹੀਂ ਹੁੰਦੀ। ਨਿਰਾਕਾਰੀ ਤੌਰ ਤੇ ਸਾਰੇ ਹੀ ਇੱਕ ਨੇ, ਇਹ ਸਾਰੇ ਪੰਚੇ। ਇਸੇ ਕਰਕੇ ਪਾਤਸ਼ਾਹ ਨੇ ਆਖਿਆ ਪੰਚੇ ਪਾਵ ਹੈ ਦਰਗਹਿ ਮਾਨ। ਦਰਗਾਹ ਦੇ ਅੰਦਰ, ਸੱਚਖੰਡ ਦੇ ਅੰਦਰ ਹੁਕਮ ਦੀ ਪ੍ਰਵਾਨਤਾ, ਹੁਕਮ ਵੱਲੋਂ ਮਾਣ ਵਡਿਆਈ ਉਹਨਾਂ ਨੂੰ ਹੀ ਮਿਲਦੀ ਹੈ ਜਿਹੜੀ ਜੀਵ ਹੁਕਮ ਦੇ ਵਿੱਚ ਚੱਲਦਾ ਹੈ। ਅਰਾਧ ਸਮੇਂ ਤੋਂ ਚੱਲਦੀ ਆਉਂਦੀ ਗੱਲ ਹੈ, ਜਿੰਨਾ ਚਿਰ ਇਹ ਸ੍ਰਿਸ਼ਟੀ ਰਹੇਗੀ, ਜਿਹੜਾ ਵੀ ਜੀਵ ਹੁਕਮ ਵਿੱਚ ਰਹੇਗਾ ਉਹ ਦਰਗਾਹ ਦੇ ਅੰਦਰ ਮਾਣ ਪਾਵੇਗਾ। ਉਹ ਪੰਚੇ ਸ਼ਬਦਾਂ ਦੇ ਵਿੱਚ ਗਿਣਿਆ ਜਾਵੇਗਾ। ਜਿਵੇਂ ਪਾਤਸ਼ਾਹ 26 ਅੰਗ ਦੇ ਉੱਪਰ ਵੀ ਦੱਸਦੇ ਹਨ, ਮਨ ਨਿਰਮਲ ਹਰ ਰਵ ਰਿਹਾ ਪਾਇਆ ਦਰਗਹਿ ਮਾਨ। ਕਿ ਜਦੋਂ ਮਨ ਹੈ ਜਿਹੜਾ ਉਹ ਨਿਰਮਲ ਹੋ ਜਾਂਦਾ ਹੈ, ਸ਼ੁੱਧ ਹੋ ਜਾਂਦਾ ਹੈ ਗੁਰ ਉਪਦੇਸ਼ ਦੇ ਨਾਲ, ਤਾਂ ਹਰ ਰਵ ਰਿਹਾ, ਤਾਂ ਉਹ ਹਰ ਵੇਲੇ ਉਸ ਦਾ ਜਿਹੜਾ ਮੂਲ ਹੈ ਹਰ, ਉਹਦੇ ਨਾਲ ਰਵ ਰਿਹਾ ਰਹਿੰਦਾ ਹੈ, ਜੁੜਿਆ ਰਹਿੰਦਾ ਹੈ, ਇੱਕਮਿਕ ਹੋਇਆ ਰਹਿੰਦਾ ਹੈ। ਪਾਇਆ ਦਰਗਹਿ ਮਾਨ, ਇਹੀ ਦਰਗਾਹ ਦੇ ਅੰਦਰ ਮਾਨ ਹੈ ਕਿ ਉਹਦੇ ਹੁਕਮ ਵਿੱਚ ਰਹਿਣਾ, ਉਹਦੇ ਭਾਣੇ ਅੰਦਰ ਵਿਚਰਨਾ। ਅੰਗ 554 ਉੱਪਰ ਵੀ ਪਾਤਸ਼ਾਹ ਕਹਿੰਦੇ ਆ, ਜਿਸ ਨੂੰ ਗੁਰਮੁਖ ਆਪ ਬੁਝਾਏ ਸੋ ਸਦ ਹੀ ਦਰਗਹਿ ਪਾਏ ਮਾਨ। ਜਿਸ ਨੂੰ ਗੁਰ ਮੁਖੀ ਆਪ ਬੁਝਾਏ, ਜਿਸ ਵੀ ਜੀਵ ਨੂੰ ਉਹਦਾ ਜਿਹੜਾ ਗੁਰ ਹੈ ਸੁਗਿਆਨ ਆ ਜਾਵੇ, ਮੁਖੀ ਹੈ ਉਹਦੀ ਸੁਰਤ, ਆਤਮਾ, ਮਨ, ਤਾਂ ਆਪ ਹੀ ਬੁਝਾਏ, ਤਾਂ ਉਹਨੂੰ ਆਪਣੇ ਆਪ ਹੀ ਸਾਰੀ ਖੇਡ ਸਮਝ ਆਉਣ ਲੱਗ ਜਾਂਦੀ ਹੈ, ਬੁਝਾਰਤ ਬੁੱਝੀ ਜਾਂਦੀ ਹੈ। ਜਿਵੇਂ ਸੰਸਾਰੀ ਤੌਰ ਤੇ ਵੀ ਅਸੀਂ ਜਦੋਂ ਕਿਸੇ ਚੀਜ਼ ਦਾ ਪੜ੍ਹਦੇ ਹਾਂ ਜਾਂ ਸੁਣਦੇ ਹਾਂ, ਜਿਵੇਂ ਜਿਵੇਂ ਸਾਨੂੰ ਉਹਦੀ ਸਮਝ ਆਈ ਜਾਂਦੀ ਹੈ, ਤਿਵੇਂ ਤਿਵੇਂ ਸਾਰੀ ਗੱਠ ਖੁੱਲ੍ਹਦੀ ਚਲੇ ਜਾਂਦੀ ਹੈ ਕਿ ਵਸਤੂ ਇਹ ਹੈ। ਇਸੇ ਤਰ੍ਹਾਂ ਹੀ ਗੁਰਮੁਖਾਂ ਨੂੰ ਹੈ, ਜਿਵੇਂ ਜਿਵੇਂ ਅੰਤਰਾਤਮਾ ਦੀ ਸੋਝੀ ਆਈ ਜਾਂਦੀ ਹੈ, ਪਤਾ ਲੱਗੀ ਜਾਂਦਾ ਹੈ ਕਿ ਮੈਂ ਕੌਣ ਹਾਂ। ਸੋ ਸਦ ਹੀ ਦਰਗਹਿ ਪਾਏ ਮਾਨ, ਉਹ ਸਦਾ ਹੀ ਦਰਗਾਹ ਦੇ ਵਿੱਚ ਇੱਜ਼ਤ ਪਾਉਂਦਾ, ਸਦਾ ਹੀ ਹੁਕਮ ਵਿੱਚ ਰਹਿੰਦਾ। ਭਾਵੇਂ ਜਿੰਨਾ ਚਿਰ ਜੋਤ ਭਾਵ ਸਾਗਰ ਵਿੱਚ ਹੈ ਉਨਾ ਚਿਰ ਵੀ ਹੁਕਮ 'ਚ ਹੀ ਹੈ। ਜਦੋਂ ਭਾਵ ਸਾਗਰ ਦੇ ਅੰਦਰੋਂ ਆ ਜਿਹੜਾ ਮਾਇਆ ਦਾ ਸਰੀਰ ਹੈ ਛੱਡ ਦਿੱਤਾ, ਫਿਰ ਸੱਚਖੰਡ ਵਿੱਚ ਹੈ, ਫਿਰ ਵੀ ਹੁਕਮ 'ਚ ਹੀ ਹੈ। ਅੰਗ 288 ਉੱਪਰ ਵੀ ਪਾਤਸ਼ਾਹ ਕਹਿੰਦੇ ਆ, ਜਪ ਨਾਨਕ ਦਰਗਹਿ ਪ੍ਰਵਾਨ। ਨਾਨਕ ਜੀ ਕਹਿੰਦੇ ਜਪੀ ਜਿਹੜਿਆਂ ਨੂੰ ਦੀ
ਸਮਝ ਦੇ ਵਿੱਚ ਇਹ ਗੱਲ ਆਈ ਹੈ ਹੁਕਮ ਬਾਰੇ, ਜਿਨ੍ਹਾਂ ਨੇ ਜਾਣਿਆ ਬੁੱਝਿਆ ਸਮਝਿਆ, ਉਹੀ ਆਤਮਾਵਾਂ ਦਰਗਾਹ ਦੇ ਅੰਦਰ ਪ੍ਰਵਾਨ ਹੋਈਆਂ ਨੇ। ਪਹਿਲਾਂ ਬਚਨ ਆਇਆ ਸੀ ਪੰਜ ਪ੍ਰਵਾਨ, ਉਹ ਪ੍ਰਵਾਨ ਨੇ, ਉਹਨਾਂ ਨੂੰ ਮਾਨਤਾ ਹੈ। ਕਈ ਕਹਿ ਦਿੰਦੇ ਆ ਵੀ ਦਰਗਾਹ ਤੋਂ ਪ੍ਰਵਾਨ ਹੋ ਕੇ ਆਏ। ਦਰਗਾਹ ਤੋਂ ਕੋਈ ਪ੍ਰਵਾਨ ਹੋ ਕੇ ਨਹੀਂ ਆਉਂਦਾ, ਇਸ ਭਵ ਸਾਗਰ ਦੇ ਅੰਦਰੋਂ ਪ੍ਰਵਾਨ ਹੋ ਕੇ ਜਾਂਦਾ ਹੈ। ਦਰਗਾਹ ਤੋਂ ਤਾਂ ਜੋ ਵੀ ਆਤਮਾ ਆਉਂਦੀ ਹੈ ਭਵ ਸਾਗਰ ਦੇ ਅੰਦਰ, ਉਹਦੇ ਅੰਦਰ ਤਾਂ ਕੋਈ ਨਾ ਕੋਈ ਕਮੀ ਹੁੰਦੀ ਹੈ। ਆਵੇ ਝੂਠੇ, ਉਹ ਝੂਠ ਨਾਲ ਤਾਂ ਆਉਂਦੀ ਹੈ। ਜਾਏ ਪੇ ਝੂਠੇ, ਉਹ ਝੂਠ ਨਾਲ ਹੀ ਚਲੇ ਜਾਂਦੀਆਂ ਨੇ। ਝੂਠੇ ਮਰੋ ਅਭਾਗੇ, ਉਹ ਭਾਗੇ ਹੀ ਇਸ ਸੰਸਾਰ ਚੋਂ ਚਲੇ ਜਾਂਦੇ ਆ। ਉਹਨਾਂ ਦਾ ਭਾਗ ਉਹਦੇ ਨਹੀਂ ਹੁੰਦਾ, ਭਾਗ ਵਿਸ਼ਾਲ ਨਹੀਂ ਹੁੰਦਾ। ਪਰ ਬੇਅੰਤ ਆਤਮਾਵਾਂ ਹਨ ਜੋ ਇਸ ਭਾਵ ਸਾਗਰ ਵਿੱਚ ਆ ਕੇ ਆ ਜਿਹੜੀ ਝੂਠ ਹੈ, ਮਾਇਆ ਦੀ ਇੱਛਾ ਹੈ, ਇਹਨੂੰ ਛੱਡ ਜਾਂਦੀਆਂ ਨੇ। ਇਹ ਲਾ ਜਾਂਦੀਆਂ ਨੇ ਝੂਠ, ਉਹ ਸ਼ੁੱਧ ਹੋ ਕੇ ਜਾਂਦੀਆਂ ਨੇ। ਉਹਨਾਂ ਜੋਤਾਂ ਨੂੰ ਸੱਚਖੰਡ ਵਿੱਚ ਸਤਿਕਾਰ ਜ਼ਰੂਰ ਦਿੱਤਾ ਜਾਂਦਾ ਜਿਹੜੀਆਂ ਭਾਵ ਸਾਗਰ ਚੋਂ ਪ੍ਰਵਾਨ ਹੋ ਕੇ ਜਾਂਦੀਆਂ ਨੇ। ਇਹ ਨਹੀਂ ਕਿ ਦਰਗਾਹ ਚੋਂ ਕੋਈ ਪ੍ਰਵਾਨ ਹੋ ਕੇ ਆਉਂਦਾ, ਸੱਚਖੰਡ ਚੋਂ ਦਰਗਾਹ ਨੂੰ ਪ੍ਰਵਾਨ ਹੋ ਕੇ ਜਾਂਦਾ। ਉਹਨਾਂ ਜੋਤਾਂ ਨੂੰ ਸਤਿਕਾਰਯੋਗ ਸ਼ਬਦ ਗੁਰਬਾਣੀ ਅੰਦਰ ਵੀ ਆਇਆ ਵੀ ਰੇ ਰੇ ਦਰਗਹਿ ਕਹਿ ਨ ਕੋ ਆਓ ਬੈਠ ਆਦਰ ਸ਼ੁਭ ਦੇਵ। ਸੋ ਜਪ ਨਾਨਕ ਦਰਗਹਿ ਪ੍ਰਵਾਨ। ਅੰਗ 20 ਦੇ ਉੱਪਰ ਵੀ ਪਾਤਸ਼ਾਹ ਕਹਿੰਦਾ ਜੀ ਅਰੇ ਰਾਮ ਜਪਤ ਮਨ ਮਾਨ। ਹੇ ਜੀ ਅਰੇ, ਹੇ ਮੇਰੇ ਮਨਾ, ਰਾਮ ਜਪਤ, ਆਪਣੇ ਮੂਲ ਨੂੰ ਕੁਛ ਸਮਝ, ਮਨ ਮਾਨ, ਔਰ ਆਪਣੇ ਅੰਦਰ ਇਸ ਗੱਲ ਨੂੰ ਚੰਗੀ ਤਰ੍ਹਾਂ ਦ੍ਰਿੜ ਕਰ ਲੈ ਕਿ ਜਿੰਨਾ ਚਿਰ ਤੂੰ ਆਪਣੇ ਮੂਲ ਨੂੰ ਜਾਣਦਾ ਨਹੀਂ, ਪਛਾਣਦਾ ਨਹੀਂ, ਸਮਝਦਾ ਨਹੀਂ, ਉਨਾ ਚਿਰ ਪਰਮ ਗਤੀ ਨਹੀਂ ਹੈ। ਅੰਗ 21 ਉੱਪਰ ਵੀ ਪਾਤਸ਼ਾਹ ਕਹਿੰਦੇ ਆ ਹਰ ਗੁਰ ਸਰਬਰ ਸੇਵ ਤੂੰ ਪਾਵਹਿ ਦਰਗਹਿ ਮਾਨ। ਹੁਣ ਇੱਥੇ ਸਪਸ਼ਟ ਲਿਖਿਆ ਪਾਤਸ਼ਾਹ ਨੇ, ਕਹਿੰਦੇ ਹਰ ਗੁਰ ਸਰਬਰ, ਕਿ ਜਿਹੜਾ ਸਰੋਵਰ ਹੈ ਉਹ ਅਸਲ ਵਿੱਚ ਹਰ ਗੁਰ ਹੀ ਹੈ। ਜਦੋਂ ਇੱਥੇ ਗੁਰ ਵੀ ਸ਼ਬਦ ਰਾਜ ਨੂੰ ਔਂਕੜ ਹੈ ਕਿ ਜਦੋਂ ਆਤਮਾ ਪ੍ਰਾਤਮਾ ਇੱਕ ਹੋ ਜਾਂਦੀਆਂ ਨੇ, ਇਹ ਸਰਬਰ ਹੈ। ਜਿਵੇਂ ਬਾਹਰ ਅਸੀਂ ਕੋਈ ਤਲਾਬ ਪੱਟ ਲਿਆ, ਹਜੇ ਉਹਦੇ ਵਿੱਚ ਪਾਣੀ ਨਹੀਂ ਪਾਇਆ, ਕੱਲਾ ਹੀ ਉਹ ਪੱਟਿਆ ਹੋਇਆ, ਇੱਕ ਪਾਸੇ ਪਾਣੀ ਹੈ, ਇੱਕ ਪਾਸੇ ਉਹ ਕੱਲਾ ਪੱਟਿਆ ਹੋਇਆ, ਤੁਹਾਨੂੰ ਅਸੀਂ ਸਰੋਵਰ ਨਹੀਂ ਕਹਿੰਦੇ। ਪਰ ਜਦੋਂ ਉਸ ਪੱਟੇ ਹੋਏ ਤਲਾਅ ਦੇ ਅੰਦਰ ਪਾਣੀ ਪੈ ਜਾਂਦਾ, ਫਿਰ ਉਹਨੂੰ ਕਹਿੰਦੇ ਆ ਸਰੋਵਰ, ਵੀ ਪੂਰਾ ਹੁਣ ਭਰਿਆ ਹੋਇਆ। ਇਸੇ ਤਰ੍ਹਾਂ ਹੀ ਆਤਮਾ ਪ੍ਰਾਤਮਾ ਦੋ ਚੀਜ਼ਾਂ ਨੇ। ਜਦੋਂ ਆਤਮਾ ਪ੍ਰਾਤਮਾ ਇੱਕ ਹੁੰਦੀਆਂ ਹਨ, ਫਿਰ ਗੱਲ ਸਫਲ ਗਿਣੀ ਜਾਂਦੀ ਹੈ। ਜੇ ਪਾਣੀ ਵੱਖਰਾ ਹੈ, ਤਲਾਅ ਵੱਖਰਾ ਹੈ, ਤਾਂ ਗੱਲ ਇੱਕ ਨਹੀਂ ਬਣਦੀ। ਇਸੇ ਕਰਕੇ ਪਾਤਸ਼ਾਹ ਨੇ ਆਖਿਆ ਗੁਰ, ਕਿ ਜਦੋਂ ਪੂਰੀ ਸੋਝੀ ਆ ਜਾਂਦੀ ਹੈ ਫਿਰ ਇਹ ਸਰਵਰ ਹੈ। ਕੁੰਭੇ ਵੱਧਾ ਜਲ ਰਹੇ, ਜਲ ਬਿਨ ਕੁੰਭ ਨਾ ਹੋਏ। ਘੜੇ ਦੇ ਵਿੱਚ ਰੱਖਿਆ ਹੋਇਆ ਪਾਣੀ, ਜਲ ਹੈ ਜਿਹੜਾ, ਉਹ ਕਿਸੇ ਬਾਉਂਡਰੀ ਦੇ ਅੰਦਰ ਹੈ। ਚਾਹੇ ਸਮੁੰਦਰ ਵੀ ਹੈ, ਇਹ ਵੀ ਕਿਸੇ ਬਾਉਂਡਰੀ ਦੇ ਅਧੀਨ ਹੈ। ਜੇ ਆਲੇ ਦੁਆਲੇ ਕੋਈ ਬਾਉਂਡਰੀ ਹੋਈ ਨਾ ਹੋਵੇ ਵੀ ਕਿਵੇਂ ਟਿਕੇਗਾ। ਇਸੇ ਤਰ੍ਹਾਂ ਮਨ ਦੇ ਆਲੇ ਦੁਆਲੇ ਵੀ ਬਾਉਂਡਰੀ ਚਾਹੀਦੀ ਹੈ। ਅਸੀਂ ਮਨ ਦੇ ਆਲੇ ਦੁਆਲੇ ਬਾਉਂਡਰੀ ਨਹੀਂ ਕਰਦੇ, ਫਿਰ ਮਨ ਸਾਡਾ ਦਸੇ ਦਿਸ਼ਾਵਾਂ ਨੂੰ ਧਾਉਂਦਾ ਰਹਿੰਦਾ, ਯਾਤਰਾ ਕਿਸੇ ਪਾਸੇ ਵੀ ਪੂਰੀ ਨਹੀਂ ਹੁੰਦੀ। ਇਹ ਮਨ ਪੰਖੀ ਪਿਆ ਉੱਡ ਉੱਡ ਦਹਿ ਦਿਸਦਾ ਹੈ। ਪਰ ਜਦੋਂ ਹੁਕਮ ਦੀ ਇਹਦੇ ਉੱਪਰ ਬੰਦਿਸ਼ ਲੱਗ ਜਾਂਦੀ ਹੈ, ਫਿਰ ਇਹ ਮਨ ਟਿਕ ਜਾਂਦਾ ਹੈ। ਹਰ ਗੁਰ ਸਰਵਰ ਸੇਵ ਤੂੰ। ਹੁਣ ਇਸ ਸਰੋਵਰ ਦੀ ਸੇਵਾ ਹੁੰਦੀ ਹੈ। ਜਿਹੜਾ ਬਾਹਰ ਸਰੋਵਰ ਨੇ ਉਹਨਾਂ ਦੀ ਕੋਈ ਸੇਵਾ ਨਹੀਂ ਹੁੰਦੀ, ਉਹਨਾਂ ਦੀ ਸੰਭਾਲ ਹੁੰਦੀ ਹੈ।
ਮਾਇਆ ਵਿੱਚ ਹਮੇਸ਼ਾ ਹੀ ਸੰਭਾਲ ਹੁੰਦੀ ਹੈ ਕਿਸੇ ਵੀ ਚੀਜ਼ ਦੀ, ਕਿਉਂਕਿ ਉਹ ਹੈ ਹੀ ਮਾਇਆ। ਮਾਇਆ ਦੀ ਸੰਭਾਲ ਹੀ ਕੀਤੀ ਜਾਂਦੀ ਹੈ। ਜਿਹੜਾ ਚੇਤਨ ਹੁੰਦਾ ਉਹਦੀ ਸੇਵਾ ਕੀਤੀ ਜਾਂਦੀ ਹੈ। ਇੱਥੇ ਜਿਹੜਾ ਗੁਰ ਹੈ ਉਹ ਚੇਤਨ ਹੈ ਤੇ ਸਰਬਰ ਹੈ, ਉਹਦੇ ਕੋਲ ਗਿਆਨ ਹੈ। ਜਿਹੜਾ ਉਸ ਗਿਆਨ ਨੂੰ ਸੇਵਾ ਕਰਨੀ, ਉਸ ਗਿਆਨ ਦੀ ਸੇਵ ਤੂੰ, ਕਹਿੰਦੇ ਉਹਦੇ ਉਪਦੇਸ਼ ਨੂੰ ਮੰਨ ਤੂੰ, ਉਸ ਹੁਕਮ ਨੂੰ ਮੰਨ ਤੂੰ, ਪਾਵ ਹੈ ਦਰਗਹਿ ਮਾਨ। ਫਿਰ ਤੈਨੂੰ ਦਰਗਾਹ ਦੇ ਅੰਦਰ ਮਾਣ ਮਿਲੇਗਾ, ਫਿਰ ਤੈਨੂੰ ਉਹ ਸੋਝੀ ਆ ਜਾਵੇਗੀ ਜੋ ਸੱਚਖੰਡ ਦਾ ਹੁਕਮ ਹੈ। ਸੋ ਬੇਅੰਤ ਹੋਰ ਵੀ ਬਚਨ ਹਨ ਗੁਰਬਾਣੀ ਦੇ ਅੰਦਰ। ਜਿੰਨੀ ਕੁ ਸੋਝੀ ਗੁਰਬਾਣੀ ਬਖਸ਼ਦੀ, ਆਪਾਂ ਉਨੇ ਕੁ ਵਿਚਾਰਾਂ ਸ਼ਬਦਾਂ ਦੀ ਵਿਚਾਰ ਵੀ ਕਰਦੇ ਹਾਂ ਕਿ ਆਪਾਂ ਨੂੰ ਸਮਝ ਆ ਸਕੇ। ਸੋ ਜਿਹੜੀ ਆਤਮਾ ਇੱਕ ਹੁੰਦੀ ਹੈ ਉਹ ਇੱਕਾਂ ਦੇ ਵਿੱਚ ਹੀ ਸੌਂਦੀ ਹੈ, ਪੰਚਾਂ ਦੇ ਵਿੱਚ ਹੀ ਸੌਂਦੀ ਹੈ। ਉੱਥੇ ਬੇਅੰਤ ਹਨ, ਸਾਰੇ ਇੱਕੋ ਜਿਹੇ ਹਨ। ਮਨ ਜਦੋਂ ਨਿਰਮਲ ਹੋ ਜਾਂਦਾ ਹੈ ਉਪਦੇਸ਼ ਨਾਲ, ਫਿਰ ਇਹ ਰੱਬ ਰਿਹਾ ਭਾਵ ਕਿ ਇੱਕਮਿਕ ਹੋ ਜਾਂਦਾ ਹੈ। ਜਿਵੇਂ ਪਾਤਸ਼ਾਹ ਕਹਿੰਦੇ ਪਵਿੱਤਰ 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 ਪੁਨੀਤ, ਇੱਕ ਹੋ ਗਿਆ, ਤਾਂ ਹੀ ਦਰਗਾਹ ਦੇ ਵਿੱਚ ਮਾਣ ਮਿਲਦਾ। ਭਾਵ ਕਿ ਆਪਣੇ ਸੁੰਦਰ ਸਰੂਪ ਵਿੱਚ ਸੁਭਾਏਮਾਨ ਹੈ। ਸੋ ਆਪਾਂ ਵੀ ਗੁਰਬਾਣੀ ਨੂੰ ਜਪ ਕੇ, ਭਾਵ ਸਮਝ ਕੇ, ਇੱਕ ਹੋ ਕੇ ਦਰਗਾਹ ਦੇ ਵਿੱਚ ਮਾਣ ਪਾ ਸਕਦੇ ਹਾਂ। ਔਰ ਦਰਗਾਹ ਦੇ ਅੰਦਰ ਮਾਣ ਪਾਉਣਾ ਹੀ ਆਪਣਾ ਜੋ ਨਿਸ਼ਾਨਾ ਹੈ। ਇਸੇ ਕੰਮ ਨੂੰ ਆਪਾਂ ਇਸ ਭਵ ਸਾਗਰ ਵਿੱਚ ਆਏ ਹਾਂ ਕਿ ਗੁਰਬਾਣੀ ਦੀ ਗੱਲ ਨੂੰ ਅਸੀਂ ਮੰਨੀਏ ਤੇ ਫਿਰ ਉਹਦੇ ਉੱਤੇ ਲਾਗੂ ਕਰੀਏ। ਉਸ ਗੁਰਬਾਣੀ ਨੂੰ ਆਪਣੇ ਉੱਪਰ ਲਾਗੂ ਕਰੀਏ, ਜਿਵੇਂ ਗੁਰਬਾਣੀ ਆਖਦੀ ਹੈ ਉਸੇ ਤਰ੍ਹਾਂ ਆਪਣਾ ਜੀਵਨ ਬਤੀਤ ਕਰੀਏ। ਤਾਂ ਹੀ ਫਿਰ ਸੱਚੇ ਪਾਤਸ਼ਾਹ ਦਾ ਇਹ ਬਚਨ ਸਾਡੇ ਉੱਪਰ ਢੁਕੇਗਾ ਕਿ ਪੰਚੇ ਪਾਵ ਹੈ ਦਰਗਹਿ ਮਾਨ, ਪੰਚੇ ਸੋ ਹੈ ਦਰ ਰਾਜਾਨ। ਸੋ ਸਭ ਤੋਂ ਵੱਡੀ ਤਾਂ ਗੱਲ ਇਹੀ ਹੈ ਗੁਰਬਾਣੀ ਦੇ ਅੰਦਰ ਜੋ ਸ਼ਰਤ ਹੈ ਕਿ ਜਿਹੜੀ ਗੁਰਮਤਿ ਹੈ ਇਹਨੂੰ ਸਮਝਣਾ ਪਵੇਗਾ। ਬਾਹਰਲਾ ਭੇਖ ਕੋਈ ਇੰਨਾ ਜ਼ਰੂਰੀ ਨਹੀਂ ਹੈ, ਪਰ ਜਿੰਨੀ ਜ਼ਰੂਰੀ ਗੁਰਮਤਿ ਹੈ। ਬਾਹਰਲਾ ਭੇਖ ਵੀ ਹੋਣਾ ਠੀਕ ਹੈ, ਜਿਵੇਂ ਫੌਜ ਦੀ ਇੱਕ ਵਰਦੀ ਹੁੰਦੀ ਹੈ, ਪਤਾ ਲੱਗਦਾ ਹੈ ਦੇਸ਼ ਤੋਂ ਦੇਸ਼ ਨੂੰ ਕਿ ਇਹਦੀ ਇਸ ਦੇਸ਼ ਦੀ ਜਿਹੜੀ ਫੌਜ ਆ ਉਹਦੀ ਆਹ ਵਰਦੀ ਹੈ, ਤਾਂ ਪਤਾ ਲੱਗ ਜਾਂਦਾ ਕਿ ਫੌਜੀ ਹੈ। ਹੁਣ ਫੌਜੀ ਦੀ ਟ੍ਰੇਨਿੰਗ ਪੂਰੀ ਲਈ ਹੁੰਦੀ ਹੈ, ਹਰ ਇੱਕ ਗੱਲ ਦੇ ਵਿੱਚ ਉਹ ਮਾਹਰ ਹੁੰਦਾ ਹੈ। ਇਸੇ ਤਰ੍ਹਾਂ ਹੀ ਪਾਤਸ਼ਾਹੀਆਂ ਨੇ ਜਾਂ ਗੁਰਮੁਖਾਂ ਨੇ ਇੱਕ ਵਰਦੀ ਬਣਾਈ ਸੀ ਕਿ ਪਤਾ ਲੱਗੇ ਕਿ ਇਹ ਧਾਰਮਿਕ ਆਗੂ ਹੈ, ਇਹਦੇ ਕੋਲ ਧਰਮ ਦੀ ਪੂਰੀ ਸੋਝੀ ਹੈ। ਪਰ ਜੇ ਹੁਣ ਫੌਜ ਦੀ ਜਿਹੜੀ ਵਰਦੀ ਹੈ, ਜੇ ਉਹਨੂੰ ਆਮ ਸਿਵਲ ਵਾਲੇ ਲੋਕ ਪਾਈ ਫਿਰੀ ਜਾਣ ਤਾਂ ਉਹਦੀ ਕੋਈ ਵੈਲਿਊ ਨਹੀਂ ਰਹਿੰਦੀ, ਪਤਾ ਹੀ ਨਹੀਂ ਲੱਗਦਾ। ਹੁਣ ਵਰਦੀ ਨੂੰ ਦੇਖ ਕੇ ਅਗਲਾ ਉਹਨੂੰ ਫੌਜੀ ਸਮਝ ਲੂਗਾ, ਪਰ ਉਹਨੂੰ ਫੌਜੀ ਦੇ ਰੂਲ ਨੇ ਜਿਹੜੇ ਉਹਨਾਂ ਦਾ ਕੋਈ ਪਤਾ ਨਹੀਂ ਹੋਵੇਗਾ, ਕੋਈ ਗਿਆਨ ਨਹੀਂ ਹੋਵੇਗਾ। ਫੌਜੀਆਂ ਵਾਲੀ ਕੋਈ ਰੰਗਰੂਟੀ ਨਹੀਂ ਕੀਤੀ ਹੋਵੇਗੀ, ਕੋਈ ਫੌਜੀਆਂ ਵਾਲੀ ਘਾਲਣਾ ਨਹੀਂ ਘਾਲੀ ਹੋਵੇਗੀ। ਬਸ ਉਹ ਵਰਦੀ ਪਾ ਕੇ ਆਪਣੇ ਆਪ ਨੂੰ ਫੌਜੀ ਮੰਨ ਲਵੇ। ਇਸੇ ਤਰ੍ਹਾਂ ਹੀ ਧਰਮ ਦੇ ਵਿੱਚ ਹੋ ਗਿਆ ਕਿ ਧਰਮ ਦਾ ਜਿਹੜਾ ਬਾਹਰਲਾ ਭੇਖ ਸੀ ਉਹ ਬੇਅੰਤ ਲੋਕਾਂ ਨੇ ਧਾਰਨ ਕਰ ਲਿਆ, ਪਰ ਉਹਨਾਂ ਨੂੰ ਧਰਮ ਦੀ ਕੋਈ ਜਾਣਕਾਰੀ ਨਹੀਂ ਹੈ। ਇਸੇ ਕਰਕੇ ਧਰਮ 'ਚ ਗਿਰਾਵਟ ਆ ਜਾਂਦੀ ਹੈ। ਇਹ ਗੱਲ ਨੂੰ ਹੈ ਮੇਰੇ ਮਨਾ ਤੂੰ ਬੜੀ ਬਰੀਕੀ ਨਾਲ ਵਿਚਾਰ, ਤੂੰ ਇਸ ਚੱਕਰ ਵਿੱਚ ਨਹੀਂ ਪੈਣਾ। ਕਿਉਂਕਿ ਗੁਰਬਾਣੀ ਆਖਦੀ ਹੈ ਕਹੋ ਕਬੀਰ ਜਨ ਪਹਿ ਖਾਲਸੇ, ਪ੍ਰੇਮ ਭਗਤੀ ਜਹ ਜਾਨੀ। ਉਹੀ ਖਾਲਸਾ ਹੈ, ਉਹੀ ਸ਼ੁੱਧ ਸਰੂਪ ਹੈ ਜਿਹਦੇ ਹਿਰਦੇ ਦੇ ਅੰਦਰ ਪ੍ਰੇਮਾ ਭਗਤੀ ਜਾਣੀ ਹੋਈ ਹੈ, ਜਿਹਨੂੰ ਪਤਾ ਹੈ ਕਿ ਪ੍ਰੇਮਾ ਭਗਤੀ ਹੁੰਦੀ ਕੀ ਹੈ। ਉਹੀ ਫੌਜੀ ਹੈ ਜਿਹਨੂੰ ਸਾਰੇ ਫੌਜ ਦੇ ਰੂਲਾਂ ਦਾ ਪਤਾ ਹੈ, ਜਿਹਨੇ ਫੌਜ ਦੇ ਰੂਲਾਂ ਨੂੰ ਆਪਣੇ ਉੱਪਰ ਲਾਗੂ ਕੀਤਾ ਹੋਇਆ।
ਉਹਨੂੰ ਤਾਂ ਹਰ ਇੱਕ ਗੱਲ ਦਾ ਪਤਾ ਹੁੰਦਾ ਫੌਜ ਦਾ। ਪਰ ਹੇ ਮੇਰੇ ਮਨਾ ਤੂੰ ਵੀ ਧਰਮ ਕਹਾਈ ਜਾਂਦਾ, ਪਰ ਤੈਨੂੰ ਧਰਮ ਦੀ ਜਿਹੜੇ ਰੂਲ ਨੇ ਉਹਨਾਂ ਦਾ ਜਮਾ ਹੀ ਨਹੀਂ ਪਤਾ। ਫਿਰ ਤੂੰ ਕਿਸੇ ਨਾਲ ਠੱਗੀ ਤਾਂ ਮਾਰ ਲਵੇਂਗਾ ਇਸ ਸੰਸਾਰ ਦੇ ਅੰਦਰ, ਭੇਖ ਦਿਖਾ ਕੇ। ਭੇਖ ਦਿਖਾਏ ਜਗਤ ਕੋ ਲੋਗਨ ਕੋ ਬਸ ਕੀਨ। ਪਰ ਜਿਹੜੀ ਦਰਗਾਹ ਦੇ ਅੰਦਰ ਸਜ਼ਾ ਮਿਲਣੀ ਆ ਉਹ ਬੜੀ ਦੁਖਦਾਇਕ ਹੈ। ਅੰਤ ਕਾਲ ਕਾਤੀ ਕਟਿਓ। ਜਦੋਂ ਤੇਰਾ ਸਰੀਰ ਛੁੱਟਣਾ, ਤੇਰਾ ਸੱਚ ਦੇ ਨਾਲ ਕੋਈ ਸੰਬੰਧ ਹੀ ਨਹੀਂ ਰਹਿਣਾ। ਅੰਤ ਕਾਲ ਕਾਤੀ ਕਟਿਓ। ਤੇਰੀ ਜਿਹੜੀ ਕਲਪਨਾ ਦੀ ਕਾਤੀ ਹੈ, ਜਿਹੜਾ ਤੂੰ ਆ ਮਾਇਆ ਦਾ ਭੇਖ ਧਾਰ ਕੇ ਪਖੰਡ ਕਰਿਆ, ਇਹਨੇ ਤੈਨੂੰ ਸੱਚ ਤੋਂ ਤੋੜ ਦੇਣਾ ਲਾਸਟ ਵੇਲੇ। ਫਿਰ ਬਾਸ ਨਰਕ ਮੋਲੀ, ਫਿਰ ਦਰਗਹਿ ਪਾਵੇ ਮਾਨ ਨਹੀਂ ਹੈ। ਫਿਰ ਨਰਕ ਦੇ ਵਿੱਚ, ਨਰਕ ਕੀ ਆ 84, ਪਤਾ ਨਹੀਂ ਕਿਹੜਾ ਸਰੀਰ ਮਿਲ ਜਾਵੇ। ਸੋ ਜਿਹੜੇ ਗੁਰਮੁਖ ਨੇ ਉਹਨਾਂ ਦੇ ਅੰਦਰ ਪ੍ਰੇਮਾ ਭਗਤੀ ਹੁੰਦੀ ਹੈ। ਦੇਖੋ ਪ੍ਰੇਮ ਭਗਤੀ ਜਿਹੇ ਜਾਨੀ ਲਿਖਿਆ, ਕੀਤੀ ਨਹੀਂ ਲਿਖਿਆ। ਹੁਣ ਸਾਡੇ ਕਹਿੰਦੇ ਭਗਤੀ ਕਰੋ, ਗੁਰਬਾਣੀ ਚਾਹੁੰਦਾ ਵੀ ਉਹ ਭਗਤੀ ਨੂੰ ਜਾਣਨ ਹੈ। ਭਗਤੀ ਹੁੰਦੀ ਹੈ ਗੁਰਮਤਿ ਅਨੁਸਾਰ, ਜਿਹਦੇ ਵਿੱਚ ਭੈ ਕੋਈ ਨਾ ਹੋਵੇ। ਜਿਹੜੀ ਗੱਲ ਭੈ ਤੋਂ ਰਹਿਤ ਹੋ ਕੇ ਅੱਗੇ ਕਰਨੀ ਹੈ ਉਹ ਭਗਤੀ ਹੈ। ਨਿਰਭਉ ਹੋਏ ਭਜੋ ਭਗਵਾਨ, ਇਹ ਭਗਤੀ ਹੈ। ਨਿਰਭਉ ਹੋ ਕੇ ਭਜਣਾ ਹੁੰਦਾ ਜੁੜਨਾ, ਆਪਣੇ ਮੂਲ ਨਾਲ ਜੁੜ ਕੇ ਚੱਲਣਾ, ਉਹਦੀ ਰਜ਼ਾ ਵਿੱਚ ਚੱਲਣਾ, ਕੋਈ ਭੈ ਨਹੀਂ ਹੈ। ਪ੍ਰੇਮ ਭਗਤੀ ਹੈ। ਪ੍ਰੇਮਾ ਭਗਤੀ ਹੁੰਦੀ ਉਹੀ ਆਤਮਿਕ ਤੌਰ ਤੇ ਹੈ। ਬਾਹਰਲੇ ਸਰੀਰ ਨਾਲ ਪ੍ਰੇਮ ਨਹੀਂ ਹੁੰਦਾ। ਮਾਇਆ ਬਾਹਰ, ਤਾਂ ਬਾਹਰ ਮੋਹ ਹੁੰਦਾ ਹੈ। ਮੋਹ ਦੇ ਵਿੱਚ ਬਾਹਰਲੇ ਸਰੀਰ ਦੇ ਨਾਲ ਪਕੜ ਹੈ, ਪ੍ਰੇਮ ਦੇ ਵਿੱਚ ਅੰਤਰਾਤਮਾ ਦੀ ਪਕੜ ਹੈ। ਮੋਹ ਦੇ ਵਿੱਚ ਅਸੀਂ ਸਰੀਰ ਨੂੰ ਬਚਾਉਣਾ ਚਾਹੁੰਦੇ ਹਾਂ, ਆਪਣੇ ਪਰਿਵਾਰਾਂ ਦਾ ਮੋਹ ਹੈ। ਪਰ ਜਦੋਂ ਅਸੀਂ ਪ੍ਰੇਮ ਕਰਦੇ ਹਾਂ ਤਾਂ ਅਸੀਂ ਆਤਮਾ ਨੂੰ ਬਚਾਉਣਾ ਚਾਹੁੰਦੇ ਹਾਂ, ਵਿਕਾਰਾਂ ਤੋਂ, ਵਾਸ਼ਨਾਵਾਂ ਤੋਂ, ਮਾਇਆ ਤੋਂ। ਇਹ ਬੇਸਿਕ ਫਰਕ ਨੇ, ਇਹ ਭੇਦ ਨੇ। ਇਹਨਾਂ ਨੂੰ ਹੀ ਹੈ ਮੇਰੇ ਮਨਾਂ ਜਾਣਨਾ ਬਹੁਤ ਜ਼ਰੂਰੀ ਹੈ। ਸੋ ਕਹੋ ਕਬੀਰ ਜਨ ਭੈ ਖਾਲਸੇ, ਪ੍ਰੇਮ ਭਗਤੀ ਜਹ ਜਾਨੀ। ਮੰਨ ਕੇ ਭਾਉ ਕੀਤਾ ਜਿਸ ਨੇ ਵੀ, ਗੁਰਬਾਣੀ ਉਸ ਨੂੰ ਖਾਲਸਾ ਮੰਨਦੀ ਹੈ। ਅਸੀਂ ਚਾਹੇ ਕਿਸੇ ਨੂੰ ਮਰਜ਼ੀ ਮੰਨੀ ਚੱਲੀਏ, ਸਾਡੇ ਮੰਨਣ ਨਾਲ ਕੋਈ ਫਰਕ ਨਹੀਂ ਪੈਂਦਾ। ਸੋ ਬਾਹਰੀ ਤੌਰ ਤੇ ਭੇਖਧਾਰੀ ਤਾਂ ਬਥੇਰੇ ਨੇ, ਪਰ ਗੁਰਮਤਿ ਬਾਰੇ ਕੁਝ ਨਹੀਂ ਪਤਾ। ਸੋ ਜਿਹੜੇ ਪੰਜ ਹਨ ਉਹ ਸਾਰੇ ਹੀ ਰਾਜੇ ਨੇ। ਹੁਕਮ ਜੋ ਉਹਨਾਂ ਦਾ ਹੀ ਚੱਲਦਾ ਹੈ। ਗੁਰਬਾਣੀ ਸੱਚਖੰਡ ਜਾਣ ਨੂੰ ਅਵਿਨਾਸ਼ੀ ਰਾਜ ਮੰਨਦੀ ਹੈ। ਪੰਚੇ ਸੋ ਹੈ ਦਰ ਰਾਜਾਨ, ਉਹੀ ਸਹੁੰਦੇ ਨੇ ਜਿਹੜੇ ਰਾਜੇ ਨੇ ਸੱਚਖੰਡ ਦੇ ਅੰਦਰ। ਸੱਚਖੰਡ ਵਿੱਚ ਸਭ ਦੀ ਇੱਕੋ ਹੀ ਸੁਰ ਹੈ, ਇੱਕ ਰਾਏ ਹੈ, ਉਹੀ ਹੁਕਮ ਹੈ, ਉਹ ਵਰਤਦਾ ਹੈ। ਸੰਸਾਰ ਦੇ ਵਿੱਚ ਆ ਕੇ ਇੱਕ ਰਾਏ ਨਹੀਂ ਰਹਿੰਦੀ, ਇੱਥੇ ਤਾਂ ਟੁੱਟ ਜਾਂਦੀ। ਜੇ ਹੁਣ ਸੰਸਾਰੀ ਤੌਰ ਤੇ ਆਪਾਂ ਦੇਖਿਆ ਜਾਵੇ ਤਾਂ ਜਿਹੜੇ ਪਾਤਸ਼ਾਹੀਆਂ ਸੀ ਜਾਂ ਭਗਤ ਸਾਹਿਬਾਨ ਸੀ, ਉਹਨਾਂ ਦੀ ਆਪਣੇ ਪਰਿਵਾਰਾਂ ਨਾਲ ਹੀ ਇੱਕ ਸੁਰ ਨਹੀਂ ਸੀ। ਧਰੂ ਜੀ ਦੀ, ਪ੍ਰਹਲਾਦ ਜੀ ਦੀ, ਉਹਨਾਂ ਦੇ ਪਿਤਾ ਨਾਲ ਇੱਕ ਸੁਰ ਨਹੀਂ ਸੀ। ਸੰਸਾਰ 'ਚ ਕਦੇ ਵੀ ਇੱਕ ਸੁਰ ਹੋਣੀ ਬਹੁਤ ਔਖੀ ਹੈ, ਕਿਉਂਕਿ ਸੰਸਾਰ ਬਾਹਰਲੇ ਸਰੀਰ ਦੇ ਤਲ ਤੇ ਜਿਉਂਦਾ ਹੈ। ਗੁਰਮੁਖ ਹੈ ਜਿਹੜਾ, ਉਹ ਅੰਤਰਾਤਮਾ ਦੇ ਤਲ ਤੇ ਜਿਉਂਦਾ। ਇਸੇ ਕਰਕੇ ਗੁਰਮੁਖਾਂ ਦੀ ਇੱਕ ਸੁਰ ਹੁੰਦੀ ਹੈ। ਇਸੇ ਕਰਕੇ ਕਬੀਰ ਸਾਹਿਬ ਜੀ ਦੀ ਜਾਂ ਗੁਰੂ ਨਾਨਕ ਸਾਹਿਬ ਦੀ ਇੱਕ ਸੁਰ ਹੈ। ਇਸੇ ਕਰਕੇ ਧਰੂ ਤੇ ਪ੍ਰਹਲਾਦ ਜੀ ਦੀ ਔਰ 10ਵੇਂ ਪਾਤਸ਼ਾਹ ਦੀ ਇੱਕ ਸੁਰ ਹੈ, ਕੋਈ ਫਰਕ ਨਹੀਂ ਹੈ। ਸੋ ਸੰਸਾਰ ਦੇ ਅੰਦਰ ਤਾਂ ਜੇ ਅਸੀਂ ਆਪਣੇ ਪਰਿਵਾਰਾਂ 'ਚ ਦੇਖੀਏ ਤਾਂ ਆਪਣੇ ਪਰਿਵਾਰ ਦੇ ਮੈਂਬਰਾਂ ਨਾਲ ਹੀ ਇੱਕ ਸੁਰ ਨਹੀਂ ਰਲਦੀ, ਕਿਉਂਕਿ ਸਭ ਦਿਮਾਗ ਤੋਂ ਕੰਮ ਲੈਂਦੇ ਆ। ਜਦੋਂ ਅਸੀਂ ਹਿਰਦੇ ਤੋਂ ਕੰਮ ਲੈਂਦੇ ਹਾਂ, ਦਿਲ ਤੋਂ ਕੰਮ ਲੈਂਦੇ ਹਾਂ, ਫਿਰ ਸਾਡੀ ਸੁਰ ਇੱਕ ਹੁੰਦੀ ਹੈ।
ਸੋ ਸੰਸਾਰ ਦੇ ਅੰਦਰ हे ਮੇਰੇ ਮਨਾ ਇਸ ਗੱਲ ਨੂੰ ਸਮਝਣਾ ਪਵੇਗਾ ਕਿ ਪੰਚੇ ਸੋ ਹੈ ਦਰ ਰਾਜਾਨ, ਕਿ ਜਿਹੜੇ ਪੰਚੇ ਨੇ ਇੱਕ ਸੁਰ ਵਾਲੇ ਨੇ ਉਹੀ ਸੌਂਦੇ ਨੇ ਉਸ ਸੱਚਖੰਡ ਦੇ ਅੰਦਰ। ਉਹ ਸਾਰੇ ਹੀ ਰਾਜਾਨ ਨੇ, ਪਤਾ ਨਹੀਂ ਕਿੰਨੇ ਕੁ ਰਾਜੇ ਆ। ਉਹਨਾਂ ਨੇ ਆਪਣੇ ਮੂਲ ਨੂੰ ਜਾਣਿਆ ਹੁੰਦਾ ਹੈ, ਆਪਣੇ ਆਪੇ ਨੂੰ ਪਛਾਣਿਆ ਹੁੰਦਾ ਹੈ। ਸੋ ਸਾਡੇ ਇੱਕ ਸੰਸਾਰ ਦੇ ਅੰਦਰ ਇੱਕ ਪੰਕਤੀ ਗੁਰਬਾਣੀ ਦੇ ਅੰਦਰ ਆਈ, ਜਿਸ ਨੂੰ ਬੜੇ ਵੱਖਰੇ ਤਰੀਕੇ ਨਾਲ ਪ੍ਰਚਾਰਿਆ ਗਿਆ ਕਿ ਸੋ ਕਿਉ ਮੰਦਾ ਆਖੀ ਹੈ ਜਿਤ ਜੰਮਹਿ ਰਾਜਾ, ਕਿ ਜਿਹੜੀ ਇਸਤਰੀ ਹੈ ਉਹਨੂੰ ਕਿਉਂ ਮਾੜਾ ਆਖਦੇ ਹੋ। ਦੇਖੋ, ਮਾੜਾ ਆਖਣ ਤੋਂ ਰੋਕਿਆ, ਬਰਾਬਰਤਾ ਹੀ ਨਹੀਂ ਦਿੱਤੀ। ਪਰ ਸਾਡੇ ਜਿਹੜੇ ਸੰਸਾਰੀ ਧਾਰਮਿਕ ਲੋਕ ਨੇ, ਉਹਨਾਂ ਨੇ ਇਸ ਪੰਕਤੀ ਦਾ ਅਰਥ ਹੀ ਬਦਲ ਦਿੱਤਾ ਕਿ ਦੇਖੋ ਜੀ, ਗੁਰੂ ਨਾਨਕ ਸਾਹਿਬ ਨੇ ਇਸਤਰੀ ਨੂੰ ਬਰਾਬਰ ਰੱਖਿਆ। ਬਰਾਬਰ ਨਹੀਂ ਕਿਤੇ ਵੀ ਲਿਖਿਆ, ਮੰਦਾ ਆਖਣ ਤੋਂ ਰੋਕਿਆ। ਕਿਉਂਕਿ ਦੂਸਰੀਆਂ ਮੱਤਾਂ ਨੇ, ਉਹਨਾਂ ਮੱਤਾਂ ਦੇ ਅੰਦਰ ਇਸਤਰੀ ਨੂੰ ਬਹੁਤ ਹੀ ਘਟੀਆ ਮੰਨਿਆ ਜਾਂਦਾ ਹੈ। ਜਦੋਂ ਤੁਸੀਂ ਕਿਤੇ ਮਨੂ ਸਿਮਰਤੀਆਂ ਨੂੰ ਪੜ੍ਹੋਗੇ ਤਾਂ ਉਹਦੇ ਵਿੱਚ ਇਸਤਰੀ ਦੀ ਇੰਨੀ ਦੁਰਦਸ਼ਾ ਲਿਖੀ ਗਈ ਹੈ ਕਿ ਹੱਦ ਤੋਂ ਵੱਧ ਗਈ। ਜਦ ਕਿ ਸਨਾਤਨ ਮੱਤ ਵਾਲਿਆਂ ਦੇ ਮੱਤ ਵਿੱਚ ਇਸਤਰੀ ਪ੍ਰਧਾਨ ਵੀ ਹੈ, ਫਿਰ ਵੀ ਉਹ ਇਸਤਰੀ ਨੂੰ ਬਹੁਤ ਮਾੜਾ ਗਿਣਦੇ ਆ। ਜਦੋਂ ਰਾਮ ਜੀ ਦਾ ਨਾਮ ਲੈਂਦੇ ਆ, ਪਹਿਲਾਂ ਸੀਤਾ ਜੀ ਦਾ ਲੈਂਦੇ ਆ। ਜਦੋਂ ਕ੍ਰਿਸ਼ਨ ਜੀ ਦਾ ਲੈਂਦੇ ਆ, ਪਹਿਲਾਂ ਰਾਧਾ ਜੀ ਦਾ ਲੈਂਦੇ। ਪਰ ਉਹਨਾਂ ਦੇ ਧਰਮ ਗ੍ਰੰਥਾਂ ਦੇ ਅੰਦਰ ਇਸਤਰੀ ਦੀ ਵਿਰੋਧਤਾ ਲਿਖੀ ਹੈ। ਤੁਲਸੀਦਾਸ ਨੇ ਬਹੁਤ ਜ਼ਿਆਦਾ ਵਿਰੋਧਤਾ ਲਿਖੀ ਹੈ। ਇਸਲਾਮ ਵਾਲੇ ਵੀ ਬਹੁਤ ਵਿਰੋਧ 'ਚ ਖੜ ਜਾਂਦੇ ਇਸਤਰੀ ਦੇ। ਪਰ ਜਿਹੜੇ ਗੁਰਮੁਖ ਨੇ, ਉਹਨਾਂ ਨੇ ਆਖਿਆ ਵੀ ਇਸਤਰੀ ਨੂੰ ਮਾੜਾ ਨਹੀਂ ਕਹਿਣਾ ਚਾਹੀਦਾ, ਇਹਦੇ ਅੰਦਰ ਵੀ ਆਤਮਾ ਹੈ। ਪਰ ਇਹਦੀ ਬਰਾਬਰੀ ਨਹੀਂ ਹੈ। ਬਰਾਬਰੀ ਜਿਹੜੀ ਹੈਗੀ ਮਨੁੱਖ ਦੀ ਹੋਈ ਹੈ, ਮਨੁੱਖ ਨੂੰ ਹੀ ਉਪਦੇਸ਼ ਹੈ। ਭਾਵੇਂ ਆਤਮਾ ਦਾ ਕੋਈ ਲਿੰਗ ਭੇਦ ਨਹੀਂ ਹੈ, ਪਰ ਆਤਮਾ ਦਾ ਬੌਧਿਕ ਬਲ 'ਚ ਫਰਕ ਹੈ। ਕਿਸੇ ਕੋਲ ਬੁੱਧ ਬਲ ਘੱਟ ਹੁੰਦਾ, ਕਿਸੇ ਕੋਲ ਵੱਧ ਹੁੰਦਾ। ਸੋ ਇੱਥੇ ਜੋ ਪਾਤਸ਼ਾਹ ਨੇ ਲਿਖਿਆ, ਸੋ ਕਿਉ ਮੰਦਾ ਆਖੀਐ, ਕਹਿੰਦੇ ਉਹਨੂੰ ਮੰਦਾ ਕਿਉਂ ਆਖਦੇ। ਜਿਤ ਜੰਮਹਿ ਰਾਜਾਨ, ਜਿਹੜੇ ਆ ਸੰਸਾਰੀ ਰਾਜੇ ਵੀ ਨੇ, ਤੁਸੀਂ ਮੰਨਦੇ ਹੋ, ਪੀਰ ਪੈਗੰਬਰ ਮੰਨਦੇ ਹੋ, ਤੁਹਾਡੇ ਆਪ ਦੇ ਅੰਦਰ ਇੱਛਾ ਵੀ ਨੇ ਵੀ ਅਸੀਂ ਵੀ ਰਾਜੇ ਬਣੀਏ, ਅਸੀਂ ਵੀ ਵੱਡੇ ਵੱਡੇ ਪੀਰ ਪੈਗੰਬਰ ਬਣੀਏ, ਔਲੀਏ ਬਣੀਏ। ਪਰ ਇਹ ਸਰੀਰ ਤਾਂ ਮਾਤਾ ਦੇ ਸਰੀਰ ਤੋਂ ਹੀ ਧਾਰਨਗੇ ਨਾ। ਜਿਹੜੀ ਇਸਤਰੀ ਤੋਂ ਤੁਹਾਡਾ ਜਨਮ ਹੁੰਦਾ, ਸਰੀਰ ਤੁਹਾਨੂੰ ਮਿਲਦਾ ਹੈ, ਤੁਸੀਂ ਫਿਰ ਉਹਨੂੰ ਮਾੜਾ ਕਿਉਂ ਕਹਿੰਦੇ, ਕਿਉਂ ਮੰਦਾ ਆਖਦੇ ਹੋ। ਉਸ ਮੰਦਾ ਆਖਣ ਤੋਂ ਪਾਤਸ਼ਾਹ ਨੇ ਰੋਕ ਜ਼ਰੂਰ ਲਾਈ ਹੈ। ਕਿਉਂਕਿ ਜਿਹੜਾ ਪੰਡਤ ਸੀ ਉਹ ਔਰਤ ਦਾ ਨਿਰਾਦਰ ਬੜਾ ਕਰਦਾ ਸੀ। ਪਰ ਗੁਰਮਤਿ ਪੁਰਖ ਨੂੰ ਹੀ ਗੁਰਮੁਖ ਬਣਾਉਂਦੀ ਹੈ। ਗੁਰਮੁਖ ਦੇ ਅੰਦਰ, ਗੁਰਮਤ ਦੇ ਅੰਦਰ, ਗੁਰਬਾਣੀ ਦੇ ਅੰਦਰ ਪੁਰਖ ਨੂੰ ਹੀ ਵਡਿਆਈ ਲਿਖੀ ਗਈ ਹੈ। ਸੋ ਜਿਹੜਾ ਗੁਰਮੁਖ ਹੁੰਦਾ ਉਹ ਕਦੇ ਕੋਈ ਗਲਤ ਨਹੀਂ ਕਰਦਾ। ਉਹ ਬੰਦਿਸ਼ ਵਿੱਚ ਹੈ, ਭਾਣੇ ਵਿੱਚ ਹੈ, ਉਹਦੀ ਰਜਾ ਵਿੱਚ ਹੈ। ਪੰਚ ਜੋ ਬਣਨਾ, ਅਵਿਨਾਸ਼ੀ ਰਾਜ ਜੋ ਮਿਲਣਾ। ਸੋ ਪੰਚੇ ਸੋ ਹੈ ਧਰ ਰਾਜਾਨ। ਅੰਗ 122 ਉੱਪਰ ਵੀ ਪਾਤਸ਼ਾਹ ਕਹਿੰਦੇ, ਤੇਰੇ ਭਗਤ ਸੋ ਹੈ ਸਾਚੈ ਦਰਬਾਰੇ, ਕਿ ਜਿਹੜੇ ਉਹਦੇ ਭਗਤ ਨੇ, ਜਿਹੜੀ ਅੰਤਰਾਤਮਾ ਇੱਕ ਹੋ ਚੁੱਕੀ ਹੈ, ਉਹੀ ਸੋਭਾ ਪਾਉਂਦੀ ਹੈ। ਸੱਚ ਹੈ, ਉੱਥੇ ਪਤਾ ਨਹੀਂ ਕਿੰਨੇ ਕੁ ਸਾਚੇ ਨੇ, ਕੋਈ ਅੰਤ ਨਹੀਂ। ਉਹ ਸਾਰੇ ਹੀ ਸਾਚਿਆਂ ਦਾ ਦਰਬਾਰ ਹੈ। ਉਸ ਦਰਬਾਰ ਦੀ ਜਿਹੜੀ ਸਵੈ ਇੱਛਾ ਹੈ, ਜਿਹੜਾ ਉਹਨਾਂ ਦੇ ਹਿਰਦੇ 'ਚੋਂ ਕੋਈ ਇੱਛਾ ਉੱਠਦੀ ਹੈ, ਉਹ ਇੱਛਾ ਹੀ ਸਾਰੀ ਸ੍ਰਿਸ਼ਟੀ ਦੇ ਲਈ ਹੁਕਮ ਹੈ। ਉਹ ਸਾਰੀ ਸ੍ਰਿਸ਼ਟੀ ਤੇ ਹੁਕਮ ਲਾਗੂ ਹੁੰਦਾ ਹੈ।
ਅੰਗ 127 ਉੱਪਰ ਵੀ ਪਾਤਸ਼ਾਹ ਕਹਿੰਦੇ ਆ, ਨਾਨਕ ਨਾਮੀ ਰਤੇ ਜਨ ਸੋ ਹੈ, ਗੁਰਮਤੀ ਹਰ ਰਸ ਪਾਵਣੇ। ਨਾਨਕ ਜੀ ਕਹਿੰਦੇ ਨਾਮੀ ਰਤੇ, ਜਿਹੜੇ ਹੁਕਮ ਦੇ ਵਿੱਚ ਰੱਤੇ ਪਏ ਆ, ਹੁਕਮ ਅਨੁਸਾਰੀ ਹਨ, ਜਨ ਸੋ ਹੈ, ਉਹੀ ਭਗਤ ਨੇ, ਉਹੀ ਸੋਭਾ ਪਾਉਂਦੇ ਆ। ਗੁਰਮਤਿ ਹਰ ਰਸ ਪਾਵਣੇ, ਇਹ ਪ੍ਰਾਪਤੀ ਕਿਵੇਂ ਹੋਈ? ਗੁਰ ਦੀ ਮੱਤ ਦੁਆਰਾ, ਅੰਤਰਾਤਮਾ ਨੂੰ ਜਾਣ ਕੇ। ਅੰਗ 709 ਦੇ ਉੱਪਰ ਵੀ ਪਾਤਸ਼ਾਹ ਕਹਿੰਦੇ ਆ, ਹਰ ਜਸ ਲਿਖੈ ਬੇਅੰਤ ਸੋ ਹੈ ਸੇ ਹਥਾ। ਕਹਿੰਦੇ ਹਰ ਜਸ ਲਿਖੈ, ਕਿ ਜਿਹੜੀ ਸੁਰਤ, ਜਿਹੜੀ ਜੋਤ, ਜਿਹੜੀ ਆਤਮਾ ਹਰ ਦੇ ਜਸ ਨੂੰ ਆਪਣੇ ਹਿਰਦੇ 'ਚ ਲਿਖ ਲੈਂਦੀ ਹੈ ਕਿ ਮੈਂ ਤਾਂ ਹੁਕਮ ਵਿੱਚ ਹੀ ਚੱਲਣਾ, ਮੈਂ ਉਹਦੇ ਭਾਣੇ ਵਿੱਚ ਹੀ ਚੱਲਣਾ। ਬੇਅੰਤ ਸੋ ਹੈ, ਕਹਿੰਦੇ ਉਹ ਬੇਅੰਤ ਹਨ, ਉਹਨਾਂ ਦੀ ਵੀ ਕੋਈ ਗਿਣਤੀ ਨਹੀਂ, ਜਿਹੜੀਆਂ ਜੋਤਾਂ ਭਵ ਸਾਗਰ ਦੇ ਅੰਦਰ ਆ ਕੇ ਭਾਣੇ ਵਿੱਚ ਚੱਲਦੀਆਂ ਨੇ। ਸੋ ਹੈ ਸੇ ਹਥਾ, ਹਥਾ ਹੁੰਦਾ ਹੁਕਮ, ਉਹਨਾਂ ਦਾ ਹੁਕਮ ਵੀ ਫਿਰ ਸਾਰੀ ਸ੍ਰਿਸ਼ਟੀ ਤੇ ਲਾਗੂ ਹੋਣ ਲੱਗ ਜਾਂਦਾ ਹੈ। ਉਹ ਵੀ ਉੱਥੇ ਸ਼ੋਭਾ ਪਾਉਂਦੇ ਆ। ਜਿਵੇਂ ਕੋਈ ਇੱਕ ਗਰੁੱਪ ਗਾਉਂਦਾ ਹੈ, ਉਹਦੇ ਵਿੱਚ 100-200 ਬੰਦਾ ਖੜਾ ਗਾ ਰਿਹਾ, ਕੁਛ ਬੰਦੇ ਬੈਠੇ ਸੁਣਦੇ ਆ। ਜੇ ਉਹਨਾਂ ਚੋਂ ਇੱਕ ਬੰਦਾ ਜਾ ਕੇ ਉਹਨਾਂ 'ਚ ਖੜ ਜਾਵੇ, ਉਹ ਵੀ ਉਹੀ ਗੱਲ ਗਾਉਣ ਲੱਗ ਜਾਵੇ, ਤਾਂ ਉਹਦੀ ਵੀ ਸੁਰੋਂ ਨਾਲ ਰਲ ਜਾਣੀ ਹੈ। ਇਸੇ ਤਰ੍ਹਾਂ ਹੀ ਭਾਵ ਸਾਗਰ ਦੇ ਅੰਦਰੋਂ ਵੀ ਬੇਅੰਤ ਗੁਰਮੁਖ ਗੁਰਸਿੱਖ ਉਸ ਹੁਕਮ ਦੇ ਨਾਲ ਰਲ ਕੇ ਗਾਉਣ ਲੱਗ ਗਏ, ਵੀ ਉਹਨਾਂ ਦਾ ਹਿੱਸਾ ਬਣ ਗਏ। ਸੋ ਪੰਚੇ ਭਾਵ ਇੱਕੋ ਜਿਹੇ ਹਨ, ਸਾਰੇ ਭਗਤ ਸ਼ੁੱਧ ਆਤਮਾਵਾਂ ਦਰ ਤੇ ਸੋਭਨੀਕ ਹੁੰਦੀਆਂ ਹਨ। ਬਸ ਉਡੀਕ ਵਿੱਚ ਹਨ ਕਿ ਕਦੋਂ ਅੰਦਰੋਂ ਹੁਕਮ ਆਵੇ ਕਿ ਹਿਰਦੇ ਭਾਵ ਸੁਖ ਸਾਗਰ ਵਿੱਚ ਪ੍ਰਵੇਸ਼ ਹੋਵੇ। ਪ੍ਰਵੇਸ਼ ਹੁੰਦੀ ਸਾਰੀ ਸਾਰੇ ਰਾਜਿਆਂ ਦੀ ਸਭਾ ਵਿੱਚ ਇਹੀ ਆਤਮਾ ਸ਼ਾਮਲ ਹੋ ਜਾਂਦੀ ਹੈ। ਸੋ ਪੰਚੇ ਸੋ ਹੈ ਦਰ ਰਾਜਾਨ, ਪੰਚਾਂ ਕਾ ਗੁਰ ਏਕ ਧਿਆਨ। ਹੁਣ ਇੱਥੇ ਜਿਹੜਾ ਪੰਚਾਂ ਕਾ ਗੁਰ ਹੈ, ਇੱਥੇ ਗੁਰ ਦੇ ਵੀ ਰਾਰੇ ਨੂੰ ਔਂਕੜ ਹੈ ਕਿ ਸਾਰਿਆਂ ਦਾ ਹੀ, ਸਾਰੇ ਗੁਰ ਨੇ। ਜਦੋਂ ਗੁਰ ਹੋ ਜਾਂਦੇ ਆ, ਪੂਰੀ ਸੋਝੀ ਵਾਲੇ ਹੋ ਜਾਂਦੇ ਆ, ਤਾਂ ਫਿਰ ਸਾਰਿਆਂ ਦਾ ਇੱਕੋ ਹੀ ਧਿਆਨ ਹੁੰਦਾ ਹੈ। ਫਿਰ ਧਿਆਨ ਭੰਗ ਨਹੀਂ ਹੁੰਦਾ, ਸੁਰ ਭੰਗ ਨਹੀਂ ਹੈ। ਜੋ ਇੱਕ ਹੈ, ਏਕ ਹੈ, ਗੁਰ ਤੇ ਧਿਆਨ ਦੋਵਾਂ ਨਾਲ ਹੀ ਲੱਗਿਆ ਹੋਇਆ। ਪੰਚਾਂ ਕਾ ਗੁਰ ਏਕ, ਉਧਰ ਵੀ ਇਹ ਦੇਲੀ ਦੀਪਕ ਹੈ ਏਕ, ਇਧਰ ਏਕ ਧਿਆਨ। ਪੰਚਾਂ ਦਾ ਗਿਆਨ ਤੇ ਧਿਆਨ ਇੱਕੋ ਹੀ ਹੁੰਦਾ ਹੈ। ਇਸੇ ਕਰਕੇ ਗੁਰਮਤਿ ਦੇ ਅੰਦਰ ਗਿਆਨ ਧਿਆਨ ਦੀ ਗੱਲ ਆਖੀ। ਕੱਲਾ ਜਿਹੜਾ ਧਿਆਨ ਆ ਉਹ ਜੋਗੀ ਲਾਉਂਦਾ, ਤੇ ਜਿਹੜਾ ਬ੍ਰਾਹਮਣ ਆ ਉਹਦੇ ਕੋਲ ਕੱਲਾ ਹੀ ਗਿਆਨ ਹੈ। ਜਿਹੜਾ ਗੁਰਮੁਖ ਆ ਉਹਦੇ ਕੋਲ ਦੋਨੇ ਚੀਜ਼ਾਂ ਨੇ, ਉਹਦੇ ਕੋਲ ਗਿਆਨ ਵੀ, ਉਹਦੇ ਕੋਲ ਧਿਆਨ ਵੀ ਹੈ। ਤਾਂ ਹੀ ਪਾਤਸ਼ਾਹ ਨੇ ਆਖਿਆ ਸੀ ਗਿਆਨ ਧਿਆਨ ਕਿਛ ਕਰਮ ਨਾ ਜਾਣਾ। ਕਹਿੰਦੇ ਮੈਂ ਕਿਸੇ ਕਰਮ ਨੂੰ ਨਹੀਂ ਜਾਣਦਾ, ਮੈਂ ਗਿਆਨ ਧਿਆਨ ਕਰਕੇ ਤਾਂ ਮੈਨੂੰ ਪਤਾ ਲੱਗਿਆ ਵੀ ਕਰਮ ਕੁਛ ਹੁੰਦਾ ਹੀ ਨਹੀਂ, ਵਰਤਣਾ ਤਾਂ ਭਾਣਾ ਹੈ। ਸਾਰ ਨਾ ਜਾਣਾ ਤੇਰੀ, ਕਹਿੰਦੇ ਉਹਨਾਂ ਨੇ ਤੇਰੀ ਸਾਰ ਜਾਣੀ ਹੋਈ ਨਹੀਂ, ਉਹਨਾਂ ਨੂੰ ਗਿਆਨ ਧਿਆਨ ਦਾ ਪਤਾ ਹੀ ਨਹੀਂ ਲੱਗਿਆ ਜਿਹੜੇ ਕਰਮ ਨੂੰ ਮੰਨਦੇ। ਮੈਨੂੰ ਗਿਆਨ ਧਿਆਨ ਚੋਂ ਕੀ ਮਿਲਿਆ? ਪਾਤਸ਼ਾਹ ਕਹਿੰਦੇ ਇਹ ਵੀ ਮੈਂ ਦੱਸੂਗਾ। ਤੁਹਾਡੇ ਕਰਮ ਧਰਮ ਚੋਂ ਤੁਹਾਨੂੰ ਕੀ ਮਿਲਦਾ ਉਹ ਵੀ ਮੈਂ ਤੁਹਾਨੂੰ ਦੱਸ ਦਿੰਦਾ। ਜਿਹਨੂੰ ਤੁਸੀਂ ਕਹਿੰਦੇ ਹੋ ਵੀ ਅਸੀਂ ਕਰਮ ਕਰਦੇ ਹਾਂ, ਸਾਡੇ ਕਰਮਾਂ ਦੇ ਵਿੱਚ ਐਂ ਲਿਖਿਆ ਅਸੀਂ ਕਰਮ ਕਮਾਉਂਦੇ ਹਾਂ, ਚੰਗੇ ਕਰਮ ਮਾੜੇ ਜੋ ਵੀ ਹੈ, ਉਹਦੀ ਗੱਲ ਵੀ ਕਹਿੰਦੇ ਅਸੀਂ ਤੁਹਾਨੂੰ ਦੱਸ ਦਿੰਦੇ ਹਾਂ। ਕਰਮ ਧਰਮ ਪਾਖੰਡ ਜੋ ਦੀਸੈ, ਤਿਨੀ ਜੰਮ ਜਗਾਤੀ ਲੂਟੈ। ਆ ਤੁਹਾਡੇ ਵਾਲਾ ਕਹਿੰਦੇ ਕਰਮ। ਸਾਡੇ ਵਾਲੇ ਜੋ ਕੀ ਆ, ਨਿਰਵਾਣ ਕੀਰਤਨ ਗਾਵੋ, ਕਰਤੇ ਕਾ ਨਿਮਕ ਸਿਮਰਤ ਛੂਟੈ। ਕੀਰਤਨ ਇੱਥੇ ਗਿਆਨ ਧਿਆਨ ਆ, ਉੱਥੇ ਕੀਰਤਨ ਆ। ਵੀ ਕਿਹੜਾ ਗਿਆਨ ਹੈ ਜਿਹੜਾ ਸਾਨੂੰ ਇਸ ਭਾਵ ਸਾਗਰ ਚੋਂ ਕੱਢਦਾ? ਉਹ ਨਿਰਵਾਣ ਹੈ। ਸਾਡੇ ਅੰਦਰ ਕੋਈ ਇੱਛਾ ਹੀ ਨਹੀਂ ਹੈਗੀ, ਅਸੀਂ ਉਹਦੇ ਭਾਣੇ 'ਚ ਚੱਲਦੇ ਹਾਂ। ਉਸ ਗਿਆਨ ਧਿਆਨ ਦੀ ਕਰਾਮਾਤ ਕੀ ਹੋਈ? ਸਭ ਤੇ ਵੱਡਾ ਸਤਿਗੁਰ। ਸਾਨੂੰ ਪਤਾ ਲੱਗ ਗਿਆ ਕਿ ਸਭ ਤੋਂ ਵੱਡਾ ਹੈ ਜਿਹੜਾ ਉਹ ਸਤਿਗੁਰ ਹੀ ਹੈ, ਉਹ ਹੁਕਮ ਹੀ ਹੈ, ਉਹ ਸੱਚ ਦਾ ਗਿਆਨ ਹੀ ਹੈ। ਨਾਨਕ ਜਿਨ ਕਰ ਰਾਖੀ ਮੇਰੀ, ਨਾਨਕ ਜੀ ਕਹਿੰਦੇ ਜੀ ਨੇ ਮੇਰੀ ਕਲਪਨਾ ਰੱਖਤੀ, ਜਿਹਨੇ ਮੈਨੂੰ ਸੋਝੀ ਕਰਾ ਦਿੱਤੀ। ਗੁਰਾਂ ਇੱਕ ਦੇਹ ਬੁਝਾਈ, ਜਿਹਨੇ ਮੈਨੂੰ ਬੁਝਾਈ ਹੈ ਇਹ ਗੱਲ, ਉਹੀ ਤਾਂ ਮੇਰਾ ਸਤਿਗੁਰ ਹੈ। ਪਹਿਲਾਂ ਵੀ ਜਿੰਨਿਆਂ ਨੇ ਵੀ ਬੁਝਾਰਤ ਬੁੱਝੀ ਉਹ ਸਤਿਗੁਰ ਦੇ ਦੁਆਰਾ ਹੀ ਬੁੱਝੀ ਹੈ। ਸਤਿਗੁਰ ਹੀ ਬੁਝਾਰਤ ਬੁਝਾਉਂਦਾ ਹੈ।
ਪੰਚਾਂ ਕਾ ਗੁਰ ਏਕ ਧਿਆਨ। ਫਿਰ ਇੱਕੋ ਹੀ ਧਿਆਨ ਹੈ, ਆਤਮਾ ਪ੍ਰਾਤਮਾ ਇੱਕ ਹੁੰਦੀਆਂ ਨੇ, ਧਿਆਨ ਇੱਕ ਹੈ ਤੇ ਮਤ ਵੀ ਇੱਕ ਹੈ। ਸੋ ਜਦੋਂ ਸਾਡਾ ਧਿਆਨ ਬਦਲਦਾ ਸਾਡੀ ਮਤ ਬਦਲ ਜਾਂਦੀ ਹੈ। ਜੇ ਧਿਆਨ ਮਾਇਆ ਵਿੱਚ ਗਿਆ, ਜਿਹੜੀ ਚੀਜ਼ ਦੇਖੀ ਉਹਦੀ ਇੱਛਾ ਪੈਦਾ ਹੋ ਜਾਂਦੀ ਹੈ, ਬੋਲੀ ਬਦਲ ਜਾਂਦੀ ਹੈ, ਗੱਲਾਂ ਮਾਇਆ ਦੀਆਂ, ਲਿਵ ਛੁੱਟ ਜਾਂਦੀ ਹੈ, ਤ੍ਰਿਸ਼ਨਾ ਲੱਗ ਜਾਂਦੀ ਹੈ। ਸੋ ਜਨਮ ਵੇਲੇ ਹੀ ਹੋ ਗਿਆ ਸੀ ਇਹ ਤਾਂ। ਪਰ ਜੇ ਧਿਆਨ ਤੇ ਗਿਆਨ ਇੱਕ ਹੈ ਤਾਂ ਇੱਛਾ ਵੀ ਇੱਕੋ ਹੀ ਹੋਊਗੀ। ਫਿਰ ਇੱਛਾ ਇਸ ਭਵ ਸਾਗਰ ਚੋਂ ਨਿਕਲਣ ਦੀ ਹੋਵੇਗੀ। ਭਵ ਸਾਗਰ ਚੋਂ ਪਾਰ ਕਰਨ ਦੀ ਕੋਈ ਨਿਸ਼ਾਨੀ ਹੈ ਕਿ ਨਾਮ ਹੋਵੇ। ਸੱਚਖੰਡ ਵਿੱਚ ਪੰਚਾਂ ਦਾ ਗੁਰ ਤੋਂ ਭਾਵ ਹੈ ਗਿਆਨ ਤੇ ਧਿਆਨ ਇੱਕ ਹੈ, ਪੰਚਾਂ ਬਹੁ ਵਚਨ ਹੈ। ਸੋ ਸਾਰਾ ਨਜ਼ਾਰਾ ਹੀ ਪਾਤਸ਼ਾਹ ਨੇ ਸੱਚਖੰਡ ਵਾਲਾ ਪੇਸ਼ ਕੀਤਾ, ਜਿੱਥੇ ਚੁਣੇ ਹੋਏ ਹੀ ਜਾਂਦੇ ਹਨ, ਪ੍ਰਵਾਨ ਹੀ ਜਾਂਦੇ ਹਨ, ਸ੍ਰੇਸ਼ਟ ਹੀ ਜਾਂਦੇ ਹਨ। ਸੋ ਉਹਨਾਂ ਦਾ ਹੁਕਮ ਹੈ ਜੋ ਗੁਰਬਾਣੀ ਦੇ ਵਿੱਚ ਵਿਖਿਆਨ ਕੀਤਾ ਗਿਆ। ਤਾਂ ਹੀ ਤਾਂ ਪਾਤਸ਼ਾਹ ਕਹਿੰਦੇ ਆ ਨਾ ਕਿ ਫਰੀਦਾ ਜੇ ਤੂੰ ਮੇਰਾ ਹੋਏ ਰਹੇ ਸਭ ਜਗ ਤੇਰਾ ਹੋਏ। ਉਹ ਕਹਿੰਦੇ ਜੇ ਤੂੰ ਮੇਰੇ ਹੁਕਮ 'ਚ ਹੀ ਆ ਜਾਵੇਂ ਤਾਂ ਤੂੰ ਵੀ ਉਸੇ ਹੁਕਮ ਦਾ ਹਿੱਸਾ ਬਣ ਜਾਏਗਾ। ਇਹ ਸਾਰਾ ਹੀ ਸ੍ਰਿਸ਼ਟੀ ਤੇਰੀ ਹੋ ਜਾਣੀ ਹੈ। ਸੋ ਸੱਚਖੰਡ ਦੇ ਅੰਦਰ ਕੋਈ ਵੀ ਤੇਰ ਮੇਰ ਨਹੀਂ ਹੈ, ਸਭ ਦਾ ਰਲ ਕੇ ਰਾਜ ਚੱਲਦਾ ਹੈ, ਭਾਣੇ ਵਿੱਚ ਨੇ। ਸੋ ਅਸੀਂ ਇੱਥੋਂ ਭਾਣੇ ਵਿੱਚ ਚੱਲਣ ਦੀ ਪ੍ਰੈਕਟਿਸ ਕਰਨੀ ਹੈ ਕਿ ਅਸੀਂ ਉਹਦੀ ਰਿਜਾ ਵਿੱਚ ਰਹੀਏ ਜਿੰਨਾ ਚਿਰ ਸਮਾਂ ਸਾਡੇ ਕੋਲ ਸਰੀਰ ਕਰਕੇ ਹੈ। ਸੋ ਪੰਚਾਂ ਕਾ ਗੁਰ ਏਕ ਧਿਆਨ। ਅੰਗ 46 ਉੱਪਰ ਵੀ ਪਾਤਸ਼ਾਹ ਕਹਿੰਦੇ ਜਨਮ ਮਰਨ ਦੁੱਖ ਕੱਟੀ ਹੈ ਲਾਗੈ ਸਹਿਜ ਧਿਆਨ। ਜਦੋਂ ਧਿਆਨ ਲੱਗਦਾ ਜਾਗਦੇ ਦਾ, ਸਹਿਜ ਧਿਆਨ ਲਿਖਿਆ ਪਾਤਸ਼ਾਹ ਨੇ, ਜਾਗਰਤ ਧਿਆਨ ਹੋਣਾ ਚਾਹੀਦਾ, ਗਿਆਨ ਧਿਆਨ ਹੋਣਾ ਚਾਹੀਦਾ। ਉਹਦੀ ਕੀ ਕਰਾਮਾਤ ਹੈ? ਜਨਮ ਮਰਨ ਦੁੱਖ ਕੱਟੀ ਹੈ। ਜਨਮ ਮਰਨ ਕੱਟਿਆ ਜਾਂਦਾ, ਭਵ ਸਾਗਰ ਵਿੱਚੋਂ ਖਹਿੜਾ ਛੁੱਟ ਜਾਂਦਾ। ਅੰਗ 55 ਉੱਪਰ ਵੀ ਪਾਤਸ਼ਾਹ ਕਹਿੰਦੇ ਜਿਨੀ ਸੱਚਾ ਮੰਨਿਆ ਤਿਨ ਮਨ ਸੱਚ ਧਿਆਨ। ਜਿਨ੍ਹਾਂ ਨੇ ਵੀ, ਜਿਹੜੀਆਂ ਜਿਹੜੀਆਂ ਵੀ ਜੋਤਾਂ ਨੇ ਸੱਚਾ ਮੰਨੇ, ਆਪਣੇ ਮੂਲ ਨੂੰ ਸੱਚਾ ਮੰਨੇ ਕਿ ਸੱਚ ਪ੍ਰਾਪਤ ਕਰਨਾ ਹੈ, ਜਿਨ੍ਹਾਂ ਨੇ ਆਪਣੇ ਮਨ ਦੇ ਅੰਦਰ ਇਹ ਗੱਲ ਧਾਰ ਲਈ, ਤਿੰਨ ਮਨੀ, ਉਹਨਾਂ ਦੇ ਮਨ ਦੇ ਅੰਦਰ ਸੱਚ ਧਿਆਨ, ਫਿਰ ਉਹਨਾਂ ਦਾ ਸੱਚ ਧਿਆਨ ਟਿਕਿਆ ਵੀ ਰਹਿੰਦਾ ਹੈ। ਹੁਣ ਧਿਆਨ ਸੱਚ 'ਚ ਰੱਖਣ ਦੀ ਗੱਲ ਪਾਤਸ਼ਾਹ ਕਰਦੇ, ਹੋਰ ਕਿਸੇ 'ਚ ਰੱਖਣ ਦੀ ਗੱਲ ਨਹੀਂ ਕਰਦੇ। ਪਰ ਸਾਡੇ ਜਿਹੜੇ ਸੰਸਾਰੀ ਮੱਤਾਂ ਨੇ ਇਹ ਕਿਸੇ ਹੋਰ ਦਾ ਧਿਆਨ ਧਰਨ ਦੀ ਗੱਲ ਕਰਦੇ ਆ। ਪਰ ਇੱਕੋ ਹੀ ਇੱਕ ਗੁਰਮਤ ਹੈ ਜਿਹੜੀ ਸੱਚ 'ਚ ਧਿਆਨ ਧਰਨ ਦੀ ਗੱਲ ਕਰਦੀ ਹੈ, ਹੁਕਮ 'ਚ ਧਿਆਨ ਰੱਖਣ ਦੀ ਗੱਲ ਕਰਦੀ ਹੈ, ਮਨ ਨੂੰ ਸੰਬੋਧਨ ਕਰਦੀ ਹੈ ਕਿ ਮਨਾ ਹੁਕਮ 'ਚ ਰਹਿ। ਅੰਗ 59 ਦੇ ਉੱਪਰ ਵੀ ਪਾਤਸ਼ਾਹ ਕਹਿੰਦੇ ਆ ਗਿਆਨ ਧਿਆਨ ਧੁਨੀ ਜਾਣੀਏ ਅਕਥ ਕਹਾਵੈ ਸੋਈ। ਗਿਆਨ ਧਿਆਨ, ਇੱਥੇ ਹੁਣ ਪਾਤਸ਼ਾਹ ਨੇ ਇਹ ਵੀ ਕਲੀਅਰ ਕਰਤਾ ਵੀ ਗਿਆਨ ਧਿਆਨ ਕੀ ਹੈ, ਵੀ ਕਿਤੇ ਕੋਈ ਹੋਰ ਹੀ ਨਾ ਸਮਝ ਲਿਓ। ਗਿਆਨ ਧਿਆਨ ਧੁਨੀ ਜਾਣੀਏ, ਇਹ ਵੀ ਹੁਕਮ ਹੀ ਹੈ। ਧੁਨੀ ਹੀ ਧੁਨ ਮਹਿ ਧਿਆਨ, ਹੁਕਮ 'ਚ ਹੀ ਧਿਆਨ ਰੱਖਣਾ। ਭਾਵ ਕਿ ਹੁਕਮ ਕੀ ਹੈ ਕਿ ਆਪਣੇ ਅੰਦਰ ਮੈਲ ਨਹੀਂ ਲੱਗਣ ਦੇਣੀ, ਆਪਣਾ ਮਨ ਨਹੀਂ ਮੈਲਾ ਹੋਣ ਦੇਣਾ, ਇਹ ਧਿਆਨ ਰੱਖਣਾ। ਤੇ ਜੇ ਕਿਤੇ ਮਾੜੀ ਮੋਟੀ ਮੈਲ ਲੱਗਦੀ ਹੈ ਉਸ ਵੇਲੇ ਗਿਆਨ ਚਾਹੀਦਾ, ਗਿਆਨ ਨਾਲ ਧੋ ਦਿਓ। ਧਿਆਨ ਇਹ ਰੱਖਣਾ ਕਿ ਮਨ 'ਚ ਮੈਲ ਨਾ ਲੱਗੇ। ਜੇ ਕਿਤੇ ਮਾੜੀ ਮੋਟੀ ਧਿਆਨ ਅੱਗੇ ਪਿੱਛੇ ਹੋ ਕੇ ਮੈਲ ਲੱਗਦੀ ਹੈ ਉਸੇ ਵੇਲੇ ਗਿਆਨ ਨਾਲ ਧੋ ਦਿਓ। ਗਿਆਨ ਉਤਾਰੈ ਧੋਏ, ਗਿਆਨ ਦੇ ਨਾਲ ਹੀ ਧੋ ਹੋਣੀ ਹੈ। ਧਿਆਨ ਇਹ ਰੱਖਣਾ ਕਿ ਮੈਲ ਲੱਗੇ ਨਾ। ਤਾਂ ਪਾਤਸ਼ਾਹ ਨੇ ਲਿਖਿਆ ਗਿਆਨ ਧਿਆਨ ਧੁਨੀ ਜਾਣੀ ਹੈ। ਕਹਿੰਦੇ ਇੱਕ ਗੱਲ ਦਾ ਸੋਝੀ ਰੱਖਿਓ, ਜਾਣਿਓ ਅਕਥ ਕਹਾਵੈ ਸੋਏ। ਫਿਰ ਜਿਹੜਾ ਅਕਥ ਹੈ, ਜਿਹੜਾ ਕਥਿਆ ਨਹੀਂ ਜਾ ਸਕਦਾ, ਜਿਹੜਾ ਹੁਕਮ ਹੈ ਉਹ ਧਿਆਨ ਚੋਂ ਪੈਦਾ ਹੁੰਦਾ। ਧੁਨ ਮੈਂ ਧਿਆਨ, ਧਿਆਨ ਮੈਂ ਜਾਣਿਆ ਗੁਰਮੁਖ ਅਕਥ ਕਹਾਣੀ। ਫਿਰ ਇਹਨੂੰ ਆਪਣੇ ਆਪ ਦੀ ਪੂਰੀ ਸੋਝੀ ਆ ਜਾਂਦੀ ਹੈ। ਫਿਰ ਉਹ ਕਹਾਉਂਦਾ ਹੈ ਤੂੰ ਵੀ ਬੋਲ, ਸੱਚ ਬੋਲਦਾ ਫਿਰ ਗੁਰਮੁਖ। ਹਉ ਬੁਲਾਇਆ ਬੋਲਿਆ ਖਸਮ ਦਾ। ਸੋ ਅੰਗ 121 ਉੱਪਰ ਵੀ ਪਾਤਸ਼ਾਹ ਕਹਿੰਦੇ ਆ ਨਿਰਮਲ ਗਿਆਨ ਧਿਆਨ ਅਤ ਨਿਰਮਲ ਬਾਣੀ ਮਨ ਵਸਾਵਣਿਆ। ਕਹਿੰਦੇ ਨਿਰਮਲ ਗਿਆਨ ਧਿਆਨ, ਕਹਿੰਦੇ ਇੰਨਾ ਗਿਆਨ ਨਿਰਮਲ ਹੋਣਾ ਚਾਹੀਦਾ, ਇੰਨਾ ਸ਼ੁੱਧ ਗਿਆਨ ਹੋਣਾ ਚਾਹੀਦਾ ਕਿ ਜਿਹੜਾ ਮੈਲ ਨੂੰ ਜਦੀ ਕੱਟੇ। ਧਿਆਨ ਅਤੀ ਨਿਰਮਲ,
ਫਿਰ ਧਿਆਨ ਹੈ ਜਿਹੜਾ ਉਹ ਵੀ ਬਹੁਤ ਨਿਰਮਲ ਹੋਣਾ ਚਾਹੀਦਾ, ਸ਼ੁੱਧ ਧਿਆਨ ਹੋਣਾ ਚਾਹੀਦਾ ਕਿ ਇਸ ਚੀਜ਼ ਤੋਂ ਮੈਨੂੰ ਮੈਲ ਲੱਗਦੀ ਹੈ, ਮੈਂ ਇੱਧਰ ਨੂੰ ਜਾਣਾ ਹੀ ਨਹੀਂ। ਜਦੋਂ ਬਾਣੀ ਹੈ ਜਿਹੜੀ ਫਿਰ ਹਿਰਦੇ ਚੋਂ ਵਹ ਜਾਂਦੀ, ਉਹ ਬਾਣੀ ਨਾਲ ਕਹਿੰਦਾ ਮਨ ਵਸਾ ਬਣੇ। ਮਨ ਫਿਰ ਹਿਰਦੇ ਦੇ ਵਿੱਚ ਪੱਕਾ ਹੀ ਟਿਕਿਆ ਰਹਿੰਦਾ, ਕਿਉਂਕਿ ਧਿਆਨ ਉੱਥੇ ਬਾਣੀ 'ਚ ਹੁੰਦਾ ਹੈ। ਉਹ ਧੁਨ 'ਚ ਧਿਆਨ ਹੁੰਦਾ, ਉਹ ਹੁਕਮ 'ਚ ਧਿਆਨ ਹੁੰਦਾ। ਜਿਹੜਾ ਸ਼ਬਦ ਗੁਰੂ ਹੈ ਉਹਦੇ 'ਚ ਧਿਆਨ ਹੈ, ਸ਼ਬਦ ਗੁਰੂ ਸੁਰਤ ਧੁਨ ਚੇਲਾ। ਫਿਰ ਸੁਰਤ ਹੈ ਜਿਹੜੀ ਉਹਦਾ ਚੇਲਾ ਬਣ ਕੇ ਉਹਦੇ ਨਾਲ ਨਾਲ ਚੱਲਦੀ ਹੈ, ਨਾ ਗਾਂਹ ਜਾਂਦੀ ਹੈ ਨਾ ਪਛਾਂ ਜਾਂਦੀ ਹੈ। ਸੋ ਜਦੋਂ ਜੀਵ ਭਾਵ ਕਿ ਆਤਮਾ ਮਨ ਆਪਣੇ ਮੂਲ ਗੁਰ ਦੇ ਨਾਲ ਇੱਕ ਹੋ ਜਾਂਦਾ ਹੈ, ਫਿਰ ਧਿਆਨ ਭਾਵ ਸਹਿਜ ਸਮਾਧੀ ਸਹਿਜ ਦੇ ਵਿੱਚ ਉਹਦੇ ਵਿੱਚ ਸਮਾਇਆ ਰਹਿੰਦਾ ਹੈ। ਉੱਥੇ ਸਾਰੇ ਗੁਰਾਂ বা ਪੰਚਾਂ ਦੀ ਸਭਾ ਵਿੱਚ ਹਾਜ਼ਰ ਹੋ ਕੇ ਸ਼ਬਦ ਗੁਰੂ ਵਿੱਚ ਸਮਾ ਜਾਂਦਾ ਹੈ। ਸਰੀਰ ਵਿੱਚ ਰਹਿੰਦਿਆਂ ਹੋਇਆਂ ਵੀ ਇੱਕੋ ਹੀ ਗਿਆਨ ਹੈ, ਇੱਕੋ ਹੀ ਧਿਆਨ ਹੁੰਦਾ ਹੈ। ਜਿਵੇਂ ਸ੍ਰੀ ਪਾਤਸ਼ਾਹ ਭਗਤ ਕਬੀਰ ਜੀ ਸਨ ਤੇ ਜਾਂ ਗੁਰੂ ਗੋਬਿੰਦ ਸਿੰਘ ਜੀ ਸਨ, ਇਹਨਾਂ ਸਾਰਿਆਂ ਦਾ ਇੱਕੋ ਹੀ ਧਿਆਨ ਸੀ, ਇੱਕੋ ਹੀ ਗਿਆਨ ਸੀ। ਸੋ ਜਿੰਨਾ ਚਿਰ ਹੈ ਮੇਰੇ ਮਨਾ ਤੂੰ ਇੱਕ ਨਹੀਂ ਹੁੰਦਾ, ਉਨਾ ਚਿਰ ਨਾ ਤੇਰਾ ਗਿਆਨ ਇੱਕ ਹੋਵੇ ਨਾ ਤੇਰਾ ਧਿਆਨ ਇੱਕ ਹੋਵੇ। ਇੱਕ ਹੋਣ ਦੇ ਲਈ ਸਭ ਤੋਂ ਵੱਡੀ ਸ੍ਰੇਸ਼ਟ ਗੱਲ ਹੈ ਕਿ ਜਿਹੜੀ ਗੁਰਬਾਣੀ ਇਹਦੀ ਵਿਚਾਰ ਕਰ। ਜਿਵੇਂ ਜਿਵੇਂ ਗੁਰਬਾਣੀ ਦੀ ਵਿਚਾਰ ਕਰੇਗਾ, ਸਮਝੇਗਾ, ਫਿਰ ਗੁਰਬਾਣੀ ਨੂੰ ਆਪਣੇ ਉੱਪਰ ਲਾਗੂ ਕਰੇਗਾ, ਮੰਨੇਗਾ, ਤਾਂ ਗੁਰਬਾਣੀ ਦੇ ਅੰਦਰ ਇਹ ਸਮਰੱਥਾ ਹੈ। ਇਹ ਕੌਤਕ ਗੁਰਬਾਣੀ ਵਰਤਾ ਦਿੰਦੀ ਹੈ ਕਿ ਆਤਮਾ ਪ੍ਰਾਤਮਾ ਇੱਕ ਹੋ ਜਾਂਦੀਆਂ ਨੇ, ਦੁਵਿਧਾ ਖਤਮ ਹੋ ਜਾਂਦੀ ਹੈ, ਤੇ ਜਿਹੜੀ ਬਾਣੀ ਹੈ ਇੱਕ ਹੋਣ ਤੋਂ ਬਾਅਦ ਪ੍ਰਗਟ ਹੋ ਜਾਂਦੀ ਹੈ। ਬਾਣੀ ਪ੍ਰਗਟ ਹੋਣ ਦੀ ਦੇਰ ਹੈ ਤੇ ਸੱਚਖੰਡ ਵਿੱਚ ਜੋਤ ਸੋਭਾ ਪਾਉਂਦੀ ਹੈ। ਸੋ ਇੱਥੋਂ ਤੱਕ ਇਹ ਅੱਜ ਦਾ ਪ੍ਰਸੰਗ ਸੀ ਜੋ ਗੁਰ ਕਿਰਪਾ ਦੁਆਰਾ ਕੀਤਾ ਗਿਆ। ਅਗਲੀ ਜਿਹੜੀ ਵਿਚਾਰ ਹੈ ਜੇ ਗੁਰ ਨੇ ਚਾਹਿਆ ਤਾਂ ਫਿਰ ਕੀਤੀ ਜਾਵੇਗੀ। ਹੋਈਆਂ ਬੇਅੰਤ ਭੁੱਲਾਂ ਦੀ ਖਿਮਾ, ਬਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।